जमात 8वीं ਦੇ ਪਿਆਰੇ ਵਿਦਿਆਰਥੀਓ, ਅੱਜ ਅਸੀਂ ਜਿਹੜੇ ਸਵਾਲ ਕਰਾਂਗੇ ਉਹ ਸਾਡੀ ਅਸਾਈਨਮੈਂਟ ਨੰਬਰ 162 ਦੇ ਵਿੱਚੋਂ ਹੋਣਗੇ ਅਤੇ ਇਸ ਵਿੱਚ ਅਸੀਂ ਚੈਪਟਰ 12 ਕਰਾਂਗੇ ਘਾਤ ਅੰਕ ਅਤੇ ਘਾਤ। ਇਸ ਵਿੱਚ ਕੀ ਹੈ, ਸਭ ਤੋਂ ਪਹਿਲਾਂ ਸਾਨੂੰ ਕੁਝ ਫਾਰਮੂਲੇ ਜਿਹੜੇ ਹਨ ਉਹ ਜ਼ਰੂਰੀ ਹਨ ਯਾਦ ਰੱਖਣੇ। ਸਭ ਤੋਂ ਪਹਿਲਾਂ ਤਾਂ ਅਸੀਂ ਇਸ ਵਿੱਚ ਕਰਾਂਗੇ ਚੈਪਟਰ 12 ਜਿਸ ਦਾ ਨਾਮ ਹੈ ਘਾਤ ਅੰਕ ਅਤੇ ਘਾਤ। ਜੇ ਮੰਨ ਲਓ ਸਾਡੇ ਕੋਲ a ਦੀ ਘਾਤ m ਹੈ ਤਾਂ ਯਾਦ ਰੱਖੋ ਅਸੀਂ ਇਸ ਨੂੰ ਆਧਾਰ ਕਹਿੰਦੇ ਹਾਂ ਅਤੇ ਇਸ ਨੂੰ ਘਾਤ ਕਿਹਾ ਜਾਂਦਾ ਹੈ। ਅਤੇ ਹੁਣ ਘਾਤ ਦਾ ਮਤਲਬ ਕੀ ਹੁੰਦਾ ਹੈ? ਜੇ ਮੰਨ ਲਓ a ਦੀ ਘਾਤ 2 ਹੋਵੇ ਅਤੇ ਇਹਦਾ ਮਤਲਬ ਹੈ a ਨੂੰ 2 ਵਾਰੀ ਗੁਣਾ ਕਰਨੀ। ਜੇ ਮੰਨ ਲਓ a ਦੀ ਘਾਤ 3 ਹੋਵੇ ਤਾਂ a ਨੂੰ 3 ਵਾਰੀ ਗੁਣਾ ਕਰਨੀ। ਜੇ ਮੰਨ ਲਓ 5 ਦੀ ਘਾਤ 2 ਹੋਵੇ ਤਾਂ ਇਹਦਾ ਮਤਲਬ ਹੈ 5 ਨੂੰ 2 ਵਾਰੀ ਗੁਣਾ ਕਰਨੀ। 5 5 25। ਇਸੇ ਤਰ੍ਹਾਂ ਹੀ ਜੇ ਸਾਡੇ ਕੋਲ 6 ਦੀ ਘਾਤ 3 ਆ ਜਾਵੇ ਤਾਂ ਇਸ ਦਾ ਮਤਲਬ ਹੁੰਦਾ ਹੈ 6 ਗੁਣਾ 6 ਗੁਣਾ 6, 6 ਛਿਕਾ 36, 36 ਛਿਕੇ 216। ਇਸੇ ਤਰ੍ਹਾਂ ਹੀ ਜੇ 10 ਦੀ ਘਾਤ 4 ਆ ਜਾਵੇ ਤਾਂ 10 ਗੁਣਾ 10 ਗੁਣਾ 10 ਗੁਣਾ 10, ਇੱਕ ਇੱਕ ਮਿਕ ਇੱਕ ਇੱਕ ਮਿਕ ਇੱਕ ਇੱਕ ਮਿਕ ਅਤੇ ਨਾਲ ਸਾਡੇ ਕੋਲ 4 0, ਇਹ ਆ ਜਾਏਗਾ 10,000। ਇਸ ਤਰ੍ਹਾਂ ਇਹ ਤਾਂ ਹੋਇਆ ਕਿ ਘਾਤ ਕੀ ਹੁੰਦੀ ਹੈ। ਕਿਸੇ ਵੀ ਨੰਬਰ ਦੀ ਘਾਤ ਜਿੰਨੀ ਹੋਵੇ ਉਸ ਨੰਬਰ ਨੂੰ ਉਨੀ ਵਾਰੀ ਗੁਣਾ ਕਰ ਦਿੰਦੇ ਹਾਂ। ਇਸ ਤੋਂ ਬਾਅਦ ਸਾਡੇ ਕੋਲ ਕੁਝ ਇੰਪੋਰਟੈਂਟ ਫਾਰਮੂਲੇ ਹਨ, ਉਹ ਤੁਸੀਂ ਯਾਦ ਰੱਖਣੇ ਹਨ। ਇੰਪੋਰਟੈਂਟ ਫਾਰਮੂਲੇ ਅਸੀਂ ਯਾਦ ਰੱਖਣੇ ਹਨ ਤਾਂ ਕਿ ਅਸੀਂ ਇਹਨਾਂ ਨੂੰ ਯੂਜ਼ ਕਰਕੇ ਫਿਰ ਸਵਾਲ ਜਿਹੜੇ ਆ ਉਹ ਕਰ ਸਕੀਏ। ਅਤੇ ਉਹਦੇ ਵਿੱਚ ਸਭ ਤੋਂ ਪਹਿਲਾ ਫਾਰਮੂਲਾ a ਦੀ ਘਾਤ m ਹੋਵੇ ਅਤੇ ਗੁਣਾ ਅਸੀਂ ਕਰੀਏ a ਦੀ ਘਾਤ n ਨਾਲ, ਤਾਂ ਯਾਦ ਰੱਖਣਾ ਦੋਨਾਂ ਘਾਤਾਂ ਦਾ ਜੋੜ ਹੋ ਜਾਂਦਾ ਹੈ, ਯਾਨੀ ਕਿ a ਦੀ ਘਾਤ m ਪਲੱਸ n ਆ ਜਾਵੇਗੀ। ਦੂਜਾ ਹੈ ਜੇ a ਦੀ m ਹੋਵੇ ਭਾਗ a ਦੀ n ਹੋਵੇ, ਜਾਂ ਕਹਿ ਲਓ ਕਿ a ਦੀ m ਹੋਵੇ ਬਟਾ a ਦੀ n ਹੋਵੇ, ਤਾਂ ਫਿਰ a ਦੀ ਘਾਤ m ਮਾਈਨਸ n ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਜੇ ਮੰਨ ਲਓ ਕਿਸੇ ਆਧਾਰ ਦੇ ਉੱਪਰ ਘਾਤ ਮਾਈਨਸ ਵਿੱਚ ਹੋਵੇ ਤਾਂ ਉਸ ਆਧਾਰ ਨੂੰ ਉਲਟ ਕਰ ਦਿੰਦੇ ਹਾਂ, ਯਾਨੀ ਕਿ 1 ਬਟਾ a ਅਤੇ ਘਾਤ ਨੂੰ ਪਲੱਸ ਕਰ ਦਿੰਦੇ ਹਾਂ। ਯਾਦ ਰੱਖੋ a ਦੀ ਘਾਤ ਮਾਈਨਸ m, a ਨੂੰ ਉਲਟ ਕਰ ਦਿਓ 1 ਬਟਾ a ਅਤੇ ਘਾਤ ਪਲੱਸ ਵਿੱਚ ਹੋਵੇਗੀ। ਜਾਂ ਫਿਰ ਜੇ ਸਾਨੂੰ 1 ਬਟਾ a ਦਿੱਤਾ ਹੋਵੇ ਅਤੇ a ਦੀ ਘਾਤ ਮਾਈਨਸ ਵਿੱਚ ਦਿੱਤੀ ਹੋਵੇ ਤਾਂ ਇਹਨੂੰ ਉਲਟ ਕਰ ਦਿਓ, 1 ਬਟਾ a ਨੂੰ ਉਲਟ ਕੀਤਾ a ਅਤੇ ਘਾਤ ਆ ਗਈ m। ਇਸੇ ਤਰ੍ਹਾਂ ਹੀ ਜੇ ਮੰਨ ਲਓ a ਦੀ ਘਾਤ m ਹੋਵੇ ਅਤੇ ਉੱਪਰ n ਹੋਵੇ, ਘਾਤ ਦੇ ਉੱਪਰ ਘਾਤ ਹੋਵੇ ਅਤੇ ਘਾਤਾਂ ਦੀ ਗੁਣਾ ਕਰ ਦਿੰਦੇ ਹਾਂ, ਯਾਨੀ ਕਿ ਉੱਤਰ ਆ ਜਾਵੇਗਾ a ਦੀ ਘਾਤ m n। ਇਹ ਕੁਝ ਫਾਰਮੂਲੇ ਹਨ ਜਿਹੜੇ ਕਿ ਤੁਸੀਂ ਯਾਦ ਰੱਖਣੇ ਹਨ। ਹੁਣ ਅਸੀਂ ਇਹਦੇ ਨਾਲ ਰਿਲੇਟਡ ਜਿਹੜੇ ਉਹ ਸਵਾਲ ਕਰਾਂਗੇ। ਪਹਿਲਾ ਸਵਾਲ ਜਿਵੇਂ ਕਿ ਅਸਾਈਨਮੈਂਟ ਸ਼ੀਟ ਦੇ ਵਿੱਚ ਹੈ, ਇਸ ਤੋਂ ਬਾਅਦ ਅਸੀਂ ਇਹਨਾਂ ਫਾਰਮੂਲਿਆਂ ਦੇ ਨਾਲ ਸੰਬੰਧਿਤ ਕੁਝ ਸਵਾਲ ਦੇਖਦੇ ਹਾਂ। ਉਸ ਵਿੱਚ ਪਹਿਲਾ ਸਵਾਲ ਹੈ ਕਿ a ਦੀ ਘਾਤ 75 ਜਿਹੜਾ ਹੈ ਉਹ ਕਿਸ ਦੇ ਬਰਾਬਰ ਹੋਵੇਗਾ। ਇਹਦੇ ਵਿੱਚ ਸਾਨੂੰ ਆਪਸ਼ਨ ਦਿੱਤੀਆਂ ਹੋਈਆਂ ਹਨ। ਪਹਿਲੀ ਆਪਸ਼ਨ ਹੈ a ਦੀ ਘਾਤ 50 ਭਾਗ a ਦੀ ਘਾਤ 25। ਹੁਣ ਦੇਖੋ ਅਸੀਂ ਹੁਣੇ ਕਰਕੇ ਹਟੇ ਹਾਂ ਕਿ ਜੇ ਵਿੱਚ ਭਾਗ ਦੀ ਨਿਸ਼ਾਨੀ ਹੋਵੇ
ਤੇ ਆਧਾਰ ਬਰਾਬਰ ਹੋਣ, ਜਾਣੀ ਕਿ ਫਾਰਮੂਲਾ ਨੰਬਰ 2 ਤੇ ਘਾਤਾਂ ਦੀ ਕੀ ਹੁੰਦੀ ਹੈ ਮਾਈਨਸ। ਇਹਦਾ ਮਤਲਬ ਇੱਥੇ ਅਸੀਂ ਕਰਾਂਗੇ 50 ਮਾਈਨਸ 25 ਤੇ a ਦੀ ਘਾਤ ਆ ਜਾਏਗੀ 25, ਪਰ ਸਾਨੂੰ ਤਾਂ a ਦੀ ਘਾਤ 75 ਚਾਹੀਦੀ ਹੈ, ਸੋ ਇਸ ਦਾ ਮਤਲਬ ਇਹ ਉੱਤਰ ਨਹੀਂ ਹੋਵੇਗਾ। ਫਿਰ ਸਾਨੂੰ ਦੂਜੀ ਆਪਸ਼ਨ ਦਿੱਤੀ ਹੈ a ਦੀ ਘਾਤ 75 ਗੁਣਾ a ਦੀ ਘਾਤ 1। ਹੁਣ ਦੇਖੋ ਆਧਾਰ ਬਰਾਬਰ ਹੋਣ, ਜਿਵੇਂ ਕਿ ਪਹਿਲਾ ਫਾਰਮੂਲਾ ਆਧਾਰ ਬਰਾਬਰ ਸੀ ਤੇ ਘਾਤਾਂ ਦਾ ਜੋੜ ਕਰਾਂਗੇ। a ਦੀ ਘਾਤ ਹੋ ਜਾਏਗੀ 75 ਪਲੱਸ 1, ਯਾਨੀ ਕਿ a ਦੀ ਘਾਤ ਹੋ ਜਾਏਗੀ 76, ਪਰ ਸਾਡੇ ਕੋਲ ਤਾਂ a ਦੀ 75 ਹੈ, ਸੋ ਇਹ ਵੀ ਜਿਹੜਾ ਫਾਰਮੂਲਾ ਉਹ ਸਾਡੇ ਯਾਨੀ ਕਿ ਇਹ ਆਪਸ਼ਨ ਜਿਹੜੀ ਹੈ ਉਹ ਸਹੀ ਨਹੀਂ ਹੈ। ਸੋ ਅੱਗੇ ਹੈ ਫਿਰ ਸਾਡੇ ਕੋਲ a ਦੀ 50 ਗੁਣਾ a ਦੀ 25। ਹੁਣ ਦੇਖੋ ਫਿਰ ਇਹ ਕਿਹੜਾ ਫਾਰਮੂਲਾ ਬਣ ਰਿਹਾ ਹੈ, ਪਹਿਲੇ ਵਾਲਾ a ਦੀ 5 ਗੁਣਾ a ਦੀ m ਗੁਣਾ a ਦੀ n, a ਦੀ m ਪਲੱਸ n। ਤੇ ਫਿਰ ਇੱਥੇ ਵੀ ਅਸੀਂ ਇਹਨਾਂ ਦਾ ਜੋੜ ਕਰ ਦਾਂਗੇ 50 ਪਲੱਸ 25। ਜਦੋਂ ਆਧਾਰ ਬਰਾਬਰ ਹੋਣ, ਵਿੱਚ ਗੁਣਾ ਦੀ ਨਿਸ਼ਾਨੀ ਹੋਵੇ ਤੇ ਘਾਤਾਂ ਦਾ ਜੋੜ ਕਰਨਾ ਹੈ। ਇਹ ਆ ਗਿਆ a ਦੀ 75 ਤੇ ਇਹੀ ਸਾਨੂੰ ਇੱਥੇ ਚਾਹੀਦਾ ਸੀ। ਸੋ ਇਸ ਤੋਂ ਫਿਰ ਇਹ ਹੋਇਆ ਕਿ ਜਿਹੜੀ ਤੀਜੀ ਆਪਸ਼ਨ ਹੈ ਉਹ ਬਿਲਕੁਲ ਸਹੀ ਹੈ, ਜਿਹੜਾ ਕਿ ਉੱਤਰ ਹੈ। ਅਸੀਂ ਚੈੱਕ ਕਰਨ ਨੂੰ ਅੱਗੇ ਵੀ ਕਰ ਸਕਦੇ ਹਾਂ। ਜਿਹੜਾ ਚੌਥਾ ਪਾਰਟ ਇਹਦਾ ਦਿੱਤਾ ਸੀ ਉਹਦੇ ਵਿੱਚ ਅਸੀਂ a ਦੀ ਘਾਤ 25 ਗੁਣਾ a ਦੀ ਘਾਤ 3। ਹੁਣ ਸਾਨੂੰ ਪਤਾ ਹੈ ਆਧਾਰ ਬਰਾਬਰ ਹੋਣ ਤੇ ਗੁਣਾ ਦੀ ਨਿਸ਼ਾਨੀ ਹੋਵੇ ਤੇ ਅਸੀਂ ਇਹਨਾਂ ਦਾ ਜੋੜ ਕਰਦੇ ਹਾਂ ਘਾਤਾਂ ਦਾ, ਤੇ a ਦੀ ਘਾਤ ਕਿੰਨੀ ਬਣ ਗਈ 28। ਸੋ ਜੋ ਅਸੀਂ ਇਹਨਾਂ ਦਾ ਹੱਲ ਕੀਤਾ ਹੈ ਉੱਥੋਂ ਦੇਖਣ ਤੋਂ ਪਤਾ ਲੱਗਦਾ ਹੈ ਕਿ a ਦੀ 75 ਜਿਹੜਾ ਉੱਤਰ ਹੈ ਉਹ ਤੀਜੀ ਆਪਸ਼ਨ ਦੇ ਨਾਲ ਆ ਰਿਹਾ ਹੈ, ਯਾਨੀ ਕਿ a ਦੀ ਘਾਤ 50 ਗੁਣਾ a ਦੀ ਘਾਤ 25। ਸੋ ਸਹੀ ਉੱਤਰ ਸਾਡਾ ਜਿਹੜਾ ਉਹ ਤੀਜੀ ਆਪਸ਼ਨ ਆਵੇਗਾ। ਇਸੇ ਤਰ੍ਹਾਂ ਹੀ ਜਿਹੜਾ ਪ੍ਰਸ਼ਨ ਨੰਬਰ 2 ਹੈ ਅਸਾਈਨਮੈਂਟ ਸ਼ੀਟ ਦਾ, ਉਹਦੇ ਵਿੱਚ ਉਹਨੇ ਕਿਹਾ ਹੈ ਕਿ 3 ਦੀ ਘਾਤ 5 ਭਾਗ 3 ਦੀ ਘਾਤ 6 ਕਿਸ ਦੇ ਬਰਾਬਰ ਹੈ। ਇਹ ਵੀ ਸਾਨੂੰ ਆਪਸ਼ਨ ਦਿੱਤੀਆਂ ਹੋਈਆਂ ਹਨ, ਤਾਂ ਅਸੀਂ ਦੱਸਣਾ ਹੈ ਕਿਸ ਦੇ ਬਰਾਬਰ ਹੈ। ਸੌਰੀ, ਇਹ 'ਚੋਂ ਸਾਨੂੰ ਆਪਸ਼ਨ ਨਹੀਂ ਦਿੱਤੀਆਂ ਹੋਈਆਂ, ਇਹ ਸਾਨੂੰ ਇੱਕ ਸਵਾਲ ਦੇ ਤੌਰ 'ਤੇ ਦਿੱਤਾ ਹੋਇਆ ਹੈ। ਹੁਣ ਇਹਦੇ ਵਿੱਚ ਕਿਹੜਾ ਫਾਰਮੂਲਾ ਲੱਗੇਗਾ, ਬਿਲਕੁਲ ਸਹੀ ਫਾਰਮੂਲਾ ਨੰਬਰ 2 a ਦੀ ਘਾਤ m ਭਾਗ a ਦੀ ਘਾਤ n, ਘਾਤਾਂ ਨੂੰ ਕੀ ਕਰਨਾ ਹੈ ਮਾਈਨਸ। ਸੋ ਇਸ ਦਾ ਮਤਲਬ ਇਹ ਹੋਇਆ ਕਿ ਇੱਥੇ ਆ ਜਾਵੇਗਾ 3 ਦੀ ਜਿਹੜੀ ਘਾਤ 5 ਮਾਈਨਸ 6 ਤੇ ਇਹ ਬਣ ਜਾਏਗੀ 3 ਦੀ ਘਾਤ ਮਾਈਨਸ 1, ਕਿਉਂਕਿ ਜੇ ਨਿਸ਼ਾਨ ਨਾ ਮਿਲਦੇ ਹੋਣ ਤਾਂ ਅਸੀਂ ਮਾਈਨਸ ਕਰਦੇ ਹਾਂ। 6 'ਚੋਂ 5 ਗਏ 1 ਤੇ ਨਿਸ਼ਾਨੀ ਵੱਡੀ ਰਕਮ ਦੀ ਲਗਾਉਂਦੇ ਹਾਂ, 6 ਵੱਡਾ ਹੈ ਸੋ ਮਾਈਨਸ ਲੱਗ ਗਈ। ਤੇ ਫਿਰ ਅਸੀਂ ਇੱਕ ਉੱਪਰ ਫਾਰਮੂਲਾ ਹੋਰ ਵੀ ਕੀਤਾ ਹੈ, a ਦੀ ਘਾਤ ਮਾਈਨਸ m ਹੋਵੇ ਤਾਂ ਅਸੀਂ ਆਧਾਰ ਨੂੰ ਉਲਟ ਕਰਕੇ ਘਾਤ ਨੂੰ ਪਲੱਸ ਬਣਾ ਸਕਦੇ ਹਾਂ। ਸੋ ਇਹਦੇ ਵਿੱਚ ਵੀ 3 ਦਾ ਉਲਟਾ ਕੀਤਾ 1/3 ਤੇ ਘਾਤ ਜਿਹੜੀ ਸੀ ਉਹਨੂੰ ਪਲੱਸ ਦਾ ਬਣਾਤਾ, ਤੇ ਇੱਕ ਵਾਰੀ ਘਾਤ, ਇੱਕ ਘਾਤ ਦਾ ਮਤਲਬ ਹੁੰਦਾ ਹੈ ਆਧਾਰ ਨੂੰ ਇੱਕ ਵਾਰੀ ਲਿਖਣਾ। ਸੋ 1/3 ਇਹਦਾ ਉੱਤਰ ਆ ਜਾਵੇਗਾ। ਹੁਣ ਯਾਦ ਰੱਖੋ 3 ਦੀ ਘਾਤ 5 ਭਾਗ 3 ਦੀ ਘਾਤ 6, ਭਾਗ ਦੀ ਨਿਸ਼ਾਨੀ ਹੋਵੇ ਤੇ ਘਾਤਾਂ ਨੂੰ ਮਾਈਨਸ, 5 ਮਾਈਨਸ 6, 6 'ਚ 5 ਗਏ 1, ਨਿਸ਼ਾਨੀ ਵੱਡੀ ਰਕਮ ਦੀ। ਫਿਰ ਅਸੀਂ 3 ਦਾ ਪੁੱਠਾ ਕੀਤਾ, ਉਲਟ ਕੀਤਾ 1/3 ਤੇ ਉੱਪਰ ਘਾਤ ਪਲੱਸ ਦੀ ਕਰਤੀ, ਤੇ 1 ਦਾ ਮਤਲਬ ਘਾਤ 1 ਦਾ ਮਤਲਬ ਹੈ ਰਕਮ ਨੂੰ ਇੱਕ ਵਾਰੀ ਖੋਲ੍ਹਣਾ, ਤੇ 1/3 ਅਸੀਂ ਇੱਕ ਵਾਰੀ ਖੋਲ੍ਹ ਦਿੱਤਾ। ਇਸੇ ਤਰ੍ਹਾਂ ਹੀ ਜਿਹੜਾ ਹੁਣ ਤੀਜਾ ਸਵਾਲ ਹੈ ਉਹ ਹੈ ਸਵਾਲ ਨੰਬਰ 3 -4 ਦੀ ਘਾਤ -2 ਦਾ ਮੁੱਲ ਪਤਾ ਕਰੋ। ਹੁਣ ਦੇਖੋ ਇਹ ਵੀ ਸਵਾਲ ਇਹਦੇ ਨਾਲ ਮਿਲਦਾ ਜੁਲਦਾ ਹੈ। -4 ਦੀ ਘਾਤ -2, ਦੇਖੋ ਫਿਰ ਹੁਣ ਜੇ ਘਾਤ ਮਾਈਨਸ ਵਿੱਚ ਹੋਵੇ ਤਾਂ ਕੀ ਕਰਦੇ ਹਾਂ, ਆਧਾਰ ਨੂੰ ਉਲਟ ਕਰਦੇ ਹਾਂ। ਸੋ ਇੱਥੇ ਵੀ -4 ਹੈ, ਇਹਦਾ ਉਲਟ ਕਰ ਦਿਓ 1/-4 ਤੇ ਘਾਤ ਕੀ ਹੋ ਜਾਏਗੀ ਪਲੱਸ, ਘਾਤ +2 ਬਣ ਗਈ। ਤੇ ਘਾਤ 2 ਦਾ ਮਤਲਬ ਹੈ ਰਕਮ ਨੂੰ 2 ਵਾਰੀ ਗੁਣਾ ਕਰੋ, ਰਕਮ ਨੂੰ 2 ਵਾਰੀ ਗੁਣਾ ਕਰ ਦਿੱਤੀ। 1 ਏਕਮ 1, 4 ਚੌਕੇ 16। ਤੇ ਯਾਦ ਰੱਖੋ ਜਦੋਂ ਗੁਣਾ ਕਰਦੇ ਹਾਂ ਮਾਈਨਸ ਨੂੰ ਮਾਈਨਸ ਨਾਲ ਤਾਂ ਪਲੱਸ ਬਣ ਜਾਂਦੀ ਹੈ। ਯਾਦ ਰੱਖੋ ਮਾਈਨਸ ਨੂੰ ਮਾਈਨਸ ਨਾਲ ਗੁਣਾ ਕਰਨ 'ਤੇ ਪਲੱਸ ਦੀ ਨਿਸ਼ਾਨੀ ਆਉਂਦੀ ਹੈ। 1/16 ਉੱਤਰ ਆ ਗਿਆ। ਫਿਰ ਇੱਕ ਵਾਰੀ ਦੁਬਾਰਾ ਦੇਖ ਲਓ, -4 ਦੀ ਘਾਤ -2, ਆਧਾਰ ਨੂੰ ਉਲਟ ਕਰ ਦਿੱਤਾ 1/-4, ਘਾਤ ਪਲੱਸ ਵਿੱਚ ਆ ਗਈ, ਇਹਨੂੰ ਅਸੀਂ 2 ਵਾਰੀ ਖੋਲ੍ਹ ਦਿੱਤਾ 1/-4 ਗੁਣਾ 1/-4,
एक एकम एक, 4 चौके 16 तो माइनस नूं माइनस नाल गुणा की तो प्लस। अगला सवाल है चौथा सवाल। चौथा सवाल है 2/5 दी घात -2, इसका असी मुल दसना है। समझो फिर ध्यान नाल, देखो 2/5 दी घात -2, असी हुणे ये फार्मूला किया है कि जे आधार की घात माइनस विच होवे तो आधार नूं उल्ट कर देना तो घात प्लस बना देनी, तो इत्थे भी उल्ट कर दो। 2/5 का करता 5/2 तो घात हो गई प्लस दे 2, तो हुण घात 2 का मतलब है रकम नूं 2 बारी गुणा करनी। 5 5 25 तो 2 दूनी 4, ये उत्तर आ जाएगा। ठीक है। इस तो बाद आपां सवाल करांगे सवाल नंबर है 5, असाइनमेंट शीट ते सवाल नंबर जिहड़ा 5 है। 5वां सवाल है साडे को, मुल पता करो। 5वें का पहला पार्ट, मुल पता करना है। 5 की घात -1 गुणा 2 की घात -1 गुणा 6 की घात -1, असी इसका मुल पता करना है। ये साडा अभ्यास 12.1 दे विचों लिया होया सवाल है। बहुत ही ध्यान नाल देखो। सब तो पहले तो देखो असी पिछे फार्मूला किया सी कि जे किसी रकम की घात माइनस होवे तो उस रकम नूं उल्ट कर दिओ, तो फिर 5 का उल्ट कर दिओ 1/5, तो घात जिहड़ी वो माइनस तो प्लस विच बन गई। इस तरह 2 का भी उल्ट कर दो, 1/2, घात जिहड़ी सी वो प्लस विच बन गई। तो गुणा जिहड़ा हुण 6 है, इन्हां रकमां नूं अलग ब्रैकेट च पा लो, तो जिहड़ा 6 की घात -1 है इनू भी पुट्ठा कर दो, 1/6 बन गया, तो घात प्लस विच आ गई। हुण एक घात का मतलब हुंदा है रकम नूं एक बारी लिखना, तो असीं एक बारी लिख लिया, तो गुणा एक बारी 1/6 नूं भी लिख लिया। तो हुण तां काम ही बहुत सौखा है। 1 एकम 1, 1 एकम 1, 5 दूनी 10, 10 छीका 60, तो 1/60 जिहड़ा है वो उत्तर आ गया। इसी तरह ही हुण दूजा पार्ट है इसे एक्सरसाइज का दूजा सवाल। 3 की घात -5 गुणा 10 की घात -5 गुणा 125 ते बटा 5 की घात -7 गुणा 6 की घात -5। देखो इस सवाल में असी करते हैं, बहुत ही ध्यान नाल करांगे। सब तो पहला देखो ये जिहड़ा 3 है उहदी घात माइनस विच है, इनू असी बटे विच बदल दिंदे हाँ, 1/3 तो घात हो गई प्लस। इस तरह ही 10 की घात भी माइनस विच है, इनू बदल दिता 1/10 तो घात हो गई प्लस, तो गुणा 125 नूं असी इस तरह ही रहन दिता। फिर 5 का 1/5 बनाता, घात हो गई प्लस, 6 नूं 1/6 कर दिता, घात हो गई प्लस दे 5। हुण अगे असी हल करते हाँ। अगे असी हल की करांगे हुण, 1/3 की घात कितनी है 5, 1/10 की घात कितनी है 5 नाल 125, फिर 1/5 की 7 तो 1/6 की घात 5। हुण इहदे विच असी जां तां इन्हां नूं सीधा ओपन करके कर सकते हाँ, खोल के, जिद्दां कि असी 1/3 की घात साडे को आ गई 5, तो 1/10 की घात आ गई 5, तो गुणा 125 आ गया। हुण इन्हां रकमां नूं असी उपर लै जावांगे। उपर ले जाण विच की होएगा, 1/5 का 5 बन जाएगा तो घात 7। इस तरह ही 1/6 उपर जाके 6 हो गया तो घात 5। तो असी इनू हुण ओपन करते हैं, 1/3 गुणा 1/3 गुणा 1/3 गुणा 1/3 गुणा 1/3, इस तरह ही 5 बारी। इस तरह ही 1/10 गुणा 1/10 गुणा 1/10 गुणा 1/10 तो गुणा 1/10। फिर इस तो बाद है गुणा 125, फिर 5 नूं 7 बारी, 5 गुणा 5 गुणा 5 गुणा 5 गुणा 5 गुणा 5 गुणा 5, फिर 6 नूं
5 ਵਾਰੀ ਇਹ ਇਸ ਤਰ੍ਹਾਂ ਸਾਡੇ ਕੋਲ ਆ ਗਿਆ। ਇਹਨੂੰ ਅਸੀਂ ਹੁਣ ਜੋ ਸਾਡੇ ਕੋਲ ਕੱਟਿਆ ਜਾਂਦਾ ਹੈ ਉਹ ਕੱਟ ਦਾਂਗੇ। 5 ਦੇ ਪਹਾੜੇ 'ਤੇ 5 ਦੂਣੀ 10, 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 5 ਦੇ ਪਹਾੜੇ 'ਤੇ 5 ਦੂਣੀ 10। ਇਸੇ ਤਰ੍ਹਾਂ ਹੀ 2 ਦੇ ਪਹਾੜੇ 'ਤੇ 2 ਤੀਆ 6, 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 2 ਦੇ ਪਹਾੜੇ 'ਤੇ 2 ਤੀਆ 6। ਅਤੇ 3 ਨਾਲ 3 ਕੱਟਿਆ ਜਾਏਗਾ, ਫਿਰ 3 ਨਾਲ 3 ਕੱਟਿਆ ਗਿਆ, ਫਿਰ 3 ਨਾਲ 3 ਕੱਟਿਆ ਗਿਆ, ਫਿਰ 3 ਨਾਲ 3 ਕੱਟਿਆ ਗਿਆ, ਅਤੇ ਇੱਕ ਇਹ ਵੀ 3 ਸਾਡੇ ਕੋਲ ਕੱਟਿਆ ਗਿਆ। ਹੁਣ ਸਾਡੇ ਕੋਲ ਦੇਖੋ ਕੀ ਬਚਦਾ ਹੈ। ਬਾਕੀ ਸਾਡੇ ਕੋਲ ਬਚਿਆ 125 ਗੁਣਾ, ਹੋਰ ਸਾਡੇ ਕੋਲ ਕੀ ਬਚਿਆ 5 ਗੁਣਾ 5। ਸੋ ਸਾਡੇ ਕੋਲ ਬਚ ਗਿਆ 125 ਗੁਣਾ 5 ਪੰਜਾ 25, ਅਤੇ 25 ਪੰਜਾ 125, 12 ਹਾਸਲ ਆ ਗਏ। 25 ਦੂਣਾ 50, 50 ਤੇ 12 62, 6 ਹਾਸਲ ਆ ਗਏ। 25 ਕਮ 25, 25 ਦੇ 6 31, 3125 ਸਾਡੇ ਕੋਲ ਉੱਤਰ ਆ ਜਾਂਦਾ ਹੈ। ਅਸੀਂ ਇੱਥੇ ਫਾਰਮੂਲੇ ਵੀ ਲਗਾ ਸਕਦੇ ਸੀ ਘਾਤਾਂ ਦੇ, ਬਟ ਅਸੀਂ ਉਹਨਾਂ ਫਾਰਮੂਲੇ ਤੋਂ ਬਚਣ ਲਈ ਸਾਨੂੰ ਯਾਦ ਰੱਖਣੇ ਪੈਣੇ ਫਾਰਮੂਲੇ, ਅਤੇ ਸਵਾਲ ਇਸ ਤਰ੍ਹਾਂ ਵੀ ਸੌਖਾ ਹੋ ਜਾਂਦਾ ਹੈ। ਸਾਰੀਆਂ ਅਸੀਂ ਰਕਮਾਂ ਨੂੰ ਓਪਨ ਕਰਕੇ ਕਰ ਸਕਦੇ ਹਾਂ। ਸੋ ਅਸੀਂ ਇਹਨੂੰ ਇਸ ਤਰੀਕੇ ਨਾਲ ਕਰ ਦਿੱਤਾ। ਇਸ ਤੋਂ ਬਾਅਦ ਸਾਡੇ ਕੋਲ PAS ਜਿਹੜਾ ਐਗਜ਼ਾਮ ਹੁੰਦਾ ਹੈ ਉਹਦੇ ਕੁਝ ਸਵਾਲ ਹਨ। ਜਿੱਦਾਂ ਦੇ ਸਵਾਲ PAS ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਹਨ ਉਹੋ ਜਿਹੇ ਸਵਾਲ ਸਾਨੂੰ ਦਿੱਤੇ ਹੋਏ ਹਨ। ਉਹਦਾ ਜਿਹੜਾ ਪਹਿਲਾ ਸਵਾਲ ਹੈ ਉਹ ਹੈ -2 ਦੀ ਘਾਤ 3 ਗੁਣਾ 2 -1, ਅਤੇ ਇਹਦਾ ਮੁੱਲ ਸਾਨੂੰ ਉਹਨੇ ਪੁੱਛਿਆ ਹੈ ਕਿ ਕੀ ਹੋਵੇਗਾ। ਅਤੇ ਇਹਦੀਆਂ ਆਪਸ਼ਨ ਸਾਨੂੰ ਦਿੱਤੀਆਂ ਹੋਈਆਂ ਹਨ। ਇਹਦੀ ਪਹਿਲੀ ਜਿਹੜੀ ਆਪਸ਼ਨ ਹੈ A ਆਪਸ਼ਨ ਉਹ ਹੈ 32, B ਆਪਸ਼ਨ ਹੈ 64, C ਆਪਸ਼ਨ ਹੈ -32, ਅਤੇ D ਆਪਸ਼ਨ ਹੈ -64। ਅਸੀਂ ਦੱਸਣਾ ਹੈ ਕਿ ਇਹਦਾ ਮੁੱਲ ਕੀ ਹੋਵੇਗਾ। ਸੋ ਦੇਖੋ ਇਹਨੂੰ ਅਸੀਂ ਹੱਲ ਕਰਦੇ ਹਾਂ। -2 ਦੀ ਘਾਤ 3 ਗੁਣਾ 2 -1, ਸਾਨੂੰ ਪਤਾ ਹੈ ਕਿ ਪਹਿਲਾਂ ਅਸੀਂ ਗੁਣਾ ਕਰਦੇ ਹਾਂ, 3 ਦੂਣੀ 6, ਫਿਰ ਅਸੀਂ ਮਾਈਨਸ ਕਰਦੇ ਹਾਂ, ਅਤੇ ਇਹ ਹੋ ਗਿਆ -2 ਦੀ ਘਾਤ 5। ਯਾਦ ਰੱਖੋ ਸਭ ਤੋਂ ਪਹਿਲਾਂ ਭਾਗ ਕੀਤੀ ਜਾਂਦੀ ਹੈ, ਫਿਰ ਗੁਣਾ, ਫਿਰ ਜੋੜ, ਫਿਰ ਘਟਾਓ। ਇਸੇ ਤਰੀਕੇ ਨਾਲ ਹੀ ਸਵਾਲ ਹੱਲ ਕੀਤੇ ਜਾਂਦੇ ਹਨ। ਹੁਣ ਇੱਥੇ ਘਟਾਓ ਦੀ ਨਿਸ਼ਾਨੀ ਨਹੀਂ ਸੀ, ਪਹਿਲਾਂ ਅਸੀਂ ਗੁਣਾ ਕਰ ਦਿੱਤੀ, 3 ਦੂਣੀ 6 ਹੋ ਗਿਆ, -1, ਇਹ ਸਾਰਾ ਘਾਤ ਵਿੱਚ ਹੀ ਰਹਿਣਾ ਹੈ, ਅਤੇ 6 ਚੋਂ 1 ਗਏ 5। ਹੁਣ -2 ਦੀ ਘਾਤ 5, -2 ਗੁਣਾ -2 ਗੁਣਾ -2 ਗੁਣਾ -2 ਗੁਣਾ -2, 2 ਦੂਣੀ 4, 4 ਦੂਣੀ 8, 8 ਦੂਣੀ 16, 16 ਦੂਣਾ 32, ਅਤੇ ਇਸ ਮਾਈਨਸ ਨੂੰ ਮਾਈਨਸ ਨਾਲ ਕੀਤੀ ਪਲੱਸ ਬਣ ਗਈ, ਮਾਈਨਸ ਨੂੰ ਮਾਈਨਸ ਨਾਲ ਕੀਤੀ ਪਲੱਸ ਬਣ ਗਈ, ਅਤੇ ਇਹ ਮਾਈਨਸ ਸਾਡੇ ਕੋਲ ਬਚ ਗਈ। ਸੋ ਇਹਦਾ ਸਹੀ ਉੱਤਰ ਜਿਹੜਾ ਹੈ ਉਹ C ਪਾਰਟ ਹੈ, -32। ਇਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਦੂਜਾ ਸਵਾਲ ਹੈ PAS ਟੈਸਟ ਵਿੱਚ, ਉਹ ਦੂਜਾ ਸਵਾਲ ਹੈ ਸੰਪੂਰਨ ਸੰਖਿਆ y ਲਈ ਜਿੱਥੇ y ਬਰਾਬਰ 0 ਨਾ ਹੋਵੇ ਅਤੇ y ਦੀ ਘਾਤ 0 ਦਾ ਮੁੱਲ ਕਿੰਨਾ ਹੁੰਦਾ ਹੈ। ਯਾਦ ਰੱਖੋ ਕਿਸੇ ਵੀ ਸੰਖਿਆ ਦੀ ਘਾਤ 0 ਹੋਵੇ ਤਾਂ ਉਹਦਾ ਮੁੱਲ ਹਮੇਸ਼ਾ 1 ਹੁੰਦਾ ਹੈ। ਇੱਥੇ ਸਾਨੂੰ ਆਪਸ਼ਨ ਦਿੱਤੀ ਹੈ 1, B ਆਪਸ਼ਨ ਹੈ ਸਾਡੇ ਕੋਲ 0, C ਆਪਸ਼ਨ ਹੈ -1, ਅਤੇ D ਆਪਸ਼ਨ ਹੈ ਸਾਡੇ ਕੋਲ ਪ੍ਰਭਾਸ਼ਿਤ ਨਹੀਂ, ਯਾਨੀ ਕਿ ਅਸੀਂ ਦੱਸ ਨਹੀਂ ਸਕਦੇ, ਪ੍ਰਭਾਸ਼ਿਤ ਨਹੀਂ। ਪਰ ਸਾਨੂੰ ਪਤਾ ਹੈ ਕਿ ਕਿਸੇ ਵੀ ਰਕਮ ਦੀ ਘਾਤ 0 ਹੋ ਜਾਵੇ ਤਾਂ ਉਹਦਾ ਮੁੱਲ 1 ਹੁੰਦਾ ਹੈ। ਸੋ ਸਹੀ ਉੱਤਰ ਆਵੇਗਾ 1। ਹੁਣ ਤੁਸੀਂ ਇੱਥੇ ਯਾਦ ਰੱਖਣਾ ਹੈ ਕਿ ਜੇ ਮੰਨ ਲਓ 5 ਦੀ ਘਾਤ 0 ਪੁੱਛ ਲਵੇ 1, ਜੇ 100 ਦੀ ਘਾਤ 0 ਪੁੱਛ ਲਵੇ 1, ਜੇ -9 ਦੀ ਘਾਤ 0 ਪੁੱਛ ਲਈ ਜਾਵੇ 1, ਜੇ 2/3 ਦੀ ਘਾਤ 0 ਪੁੱਛ ਲਵੇ ਤਾਂ ਵੀ 1, ਯਾਨੀ ਕਿਸੇ ਵੀ ਰਕਮ ਦੀ ਘਾਤ, ਕਿਸੇ ਵੀ ਸੰਖਿਆ ਦੀ ਘਾਤ 0 ਹੋ ਜਾਵੇ ਤਾਂ ਉਹਦਾ ਮੁੱਲ ਹਮੇਸ਼ਾ 1 ਹੁੰਦਾ ਹੈ। ਸੋ ਇਹ ਸਵਾਲ ਜਿਹੜੇ ਤੁਸੀਂ ਆਪਣੀ ਕਾਪੀ 'ਤੇ ਨੋਟ ਕਰਨੇ ਹਨ। ਜੇ ਕੋਈ ਪ੍ਰੋਬਲਮ ਆਵੇ ਤਾਂ ਮੇਰੇ ਨਾਲ ਕੰਟੈਕਟ ਕਰੋ, ਮੈਨੂੰ ਮੈਸੇਜ ਕਰੋ। ਥੈਂਕ ਯੂ।